अस्सलाम वालेकुम। आप देख रहे हैं मुहाफ़िज़ पाकिस्तान टीवी और इस नाचीज़ का नाम है हसीबुर रहमान। आज हमारे साथ में हमारे पाकिस्तानी भाई हैं विद ड्यू रिस्पेक्ट, जो कि यूनान में एक जानी मानी शख्सियत हैं और जिन्होंने ऑनलाइन यूके और कनाडा के वीज़े अप्लाई किए। चले आए इनसे बात करते हैं ताकि आपके नॉलेज में मज़ीद इजाफ़ा हो। जी अस्सलाम वालेकुम। वालेकुम अस्सलाम जी। जी आपका नाम क्या है? कमर जमान बाट। अच्छा, पाकिस्तान कहाँ से है? मैं गुजरात से। अच्छा, चलें पंजाबी में बात करते हैं ताकि मज़ीद भाइयों को सही समझ आ जाए। अच्छा, गुजरात तो जी जी गुजरात तो ਤੇ ਯੂਨਾਨ ਕਿੰਨੀ ਦੇਰ ਹੋ ਗਈ ਜੇ? ਮੈਨੂੰ ਤਕਰੀਬਨ 20 ਸਾਲ ਹੋ ਗਏ ਨੇ। ਕਿਹੜੀ ਸੰਨ ਚ ਆਏ ਸੀ ਯੂਨਾਨ? ਮੈਂ 2005 2005 2005 ਇਮੀਗ੍ਰੇਸ਼ਨ ਤੁਸੀਂ ਲਈ ਹੈ ਯੂਨਾਨ ਦੀ ਜਾਂ ਫਿਰ ਪੇਪਰ ਮਿਲੇ ਸਨ? ਨਹੀਂ ਮੈਂ ਐਮੀਗ੍ਰੇਸ਼ਨ ਜਿਹੜੀ ਹੈ 2013 ਚ ਆ ਕੇ ਲਈ ਹੈ। ਤੇ 2005 ਵੀ ਇਮੀਗ੍ਰੇਸ਼ਨ ਓਪਨ ਹੋਈ ਸੀ? ਜਦੋਂ ਮੈਂ ਆਇਆ ਸਾਂ ਉਦੋਂ ਤਕਰੀਬਨ 2 ਦਿਨ ਬਾਅਦ ਐਮੀਗ੍ਰੇਸ਼ਨ ਓਪਨ ਹੋਈ ਸੀ, ਲੇਕਿਨ ਕੁਝ ਮਸਾਇਲ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਐਮੀਗ੍ਰੇਸ਼ਨ ਨਹੀਂ ਹਾਂ ਲੈ ਸਕੇ। ਹਾਂ ਹਾਂ, ਤੇ ਯਾਨੀ ਕਿ 2012 ਜਾਂ 13 ਜਾ ਕੇ ਤੁਸੀਂ ਯੂਨਾਨ ਦੇ ਪੇਪਰ ਲਏ ਨੇ? ਜੀ ਬਿਲਕੁਲ। ਹਾਂ, ਤੇ ਕਿ ਉਦੋਂ ਇਹ 7 ਸਾਲ ਦਾ ਕਾਨੂੰਨ ਸੀ ਜਾਂ ਕੋਈ ਦੂਸਰੀ ਇਮੀਗ੍ਰੇਸ਼ਨ ਦੇ ਥਰੂ ਲਏ ਜੀ? ਨਹੀਂ ਇਹ 7 ਸਾਲ ਦਾ ਕਾਨੂੰਨ ਓਪਨ ਹੋਇਆ, 10 ਸਾਲ ਦਾ ਤੇ 7 ਸਾਲ ਦਾ ਓਪਨ ਹੋਇਆ ਸੀ। ਤੇ ਜਦੋਂ ਤੁਸੀਂ ਯੂਨਾਨ ਆਏ ਤੁਹਾਡੇ ਕੋਲ ਆਪਣੇ ਅਜ਼ੀਜ਼ ਸਨ ਅੱਗੇ ਜਿਨ੍ਹਾਂ ਦੇ ਕੋਲ ਆਏ ਹੋ ਕਿ ਜਾਂ ਬਸ ਜਿਸ ਤਰ੍ਹਾਂ ਆਮ ਆਵਾਮ ਸਾਰੀ ਆਏ ਉਸ ਤਰੀਕੇ ਨਾਲ ਹੀ ਆਏ, ਕੋਈ ਅੱਗੇ ਨਹੀਂ ਆਇਆ? ਨਹੀਂ ਹੈ ਹਨ ਅਜ਼ੀਜ਼ ਐਸਾ ਨੇ ਇੱਥੇ ਜਿਹੜਾ ਨਾ ਉਹਨਾਂ ਬਹੁਤ ਸੰਭਾਲਿਆ ਇੱਥੇ ਜਿਹੜਾ ਨਾ ਕੋਈ ਮੁਸ਼ਕਲ ਪੇਸ਼ ਨਹੀਂ ਆਈ, ਅੱਲਾ ਦਾ ਕਰਮ ਹੈ। ਤੇ ਉਦੋਂ ਦੇ ਕੰਮ ਵੀ ਲੱਗੇ ਆ, ਕੋਈ ਮੁਸ਼ਕਲ ਮਸਾਇਲ ਨਹੀਂ ਆਇਆ। ਯਾਨੀ ਕਿ ਯੂਨਾਨ 'ਚ ਤੁਸੀਂ ਇੰਨਾ ਅਰਸਾ ਗੁਜ਼ਾਰ ਦਿੱਤਾ ਹੈ ਤੇ ਮਾਸ਼ਾਅੱਲਾ ਅੱਲਾ ਨੇ ਤੁਹਾਨੂੰ ਪੇਪਰ ਵੀ ਦਿੱਤੇ। ਤੇ ਤੁਸੀਂ ਯੂਕੇ ਦਾ ਵੀਜ਼ਾ ਆਨਲਾਈਨ ਅਪਲਾਈ ਕਿੰਨੀ ਦਫਾ ਕੀਤਾ ਹੈ? ਮੈਂ ਪਹਿਲੀ ਦਫਾ ਅਪਲਾਈ ਕੀਤਾ ਸੀ ਤੇ 6 ਮਹੀਨੇ ਦਾ ਉਹਨਾਂ ਦਿੱਤਾ ਸੀ। ਫਿਰ ਮੈਂ ਉਹਦੇ ਵਿੱਚ 6 ਮਹੀਨਿਆਂ 'ਚ 2 ਵਾਰੀ ਵਿਜ਼ਿਟ ਕੀਤਾ ਯੂਕੇ ਦਾ। ਫਿਰ ਜਿਸ ਟਾਈਮ ਉਹ ਖਤਮ ਹੋਇਆ ਤੇ ਫਿਰ ਮੈਂ ਅਪਲਾਈ ਕੀਤਾ, ਫਿਰ ਉਹਨਾਂ 2 ਸਾਲ ਦਾ ਜਿਹੜਾ ਨਾ ਅਪਲਾਈ ਕੀਤਾ ਸੀ। ਤੇ ਉਹ 2 ਸਾਲ ਦੇ ਅਪਲਾਈ ਦੇ ਵਿੱਚ ਮੈਂ ਕੈਨੇਡਾ ਦਾ ਵੀ ਜਿਹੜਾ ਨਾ ਅਪਲਾਈ ਕਰ ਦਿੱਤਾ ਸੀ। ਠੀਕ ਹੈ। ਤੇ ਉਹ ਅੱਲਾ ਦਾ ਸ਼ੁਕਰ ਹੈ ਕਿ ਉਹਨਾਂ ਕੈਨੇਡਾ ਵਾਲਿਆਂ ਵੀ ਦੇ ਦਿੱਤਾ ਸੀ। ਫਿਰ ਮੈਂ ਕੈਨੇਡਾ ਦਾ ਵੀ ਜਿਹੜਾ ਨਾ ਉਹ ਵਿਜ਼ਿਟ ਕੀਤਾ ਇੱਕ। ਤੇ ਕੈਨੇਡਾ ਦਾ ਪਹਿਲੀ ਦਫਾ ਜਦੋਂ ਵੀਜ਼ਾ ਮਿਲਿਆ ਜੋ ਕਿੰਨੀ ਦੇਰ ਦਾ ਲੱਗਾ? ਉਹ ਜਿੰਨਾ ਤੁਹਾਡਾ ਪਾਸਪੋਰਟ ਹੋਵੇ ਉਹ ਉਨਾ ਹੀ ਦਿੰਦੇ ਨੇ। ਮੇਰਾ ਪਾਸਪੋਰਟ ਤਕਰੀਬਨ 2.5 ਸਾਲ ਦਾ ਸੀ ਤੇ ਉਹਨਾਂ ਨੂੰ 2.5 ਸਾਲ ਦਾ ਵੀਜ਼ਾ ਮੈਨੂੰ ਦਿੱਤਾ ਸੀ ਕੈਨੇਡਾ ਵਾਲਿਆਂ? ਕੈਨੇਡਾ ਵਾਲਿਆਂ। ਤੇ ਕੈਨੇਡਾ ਦੇ ਕੋਈ ਖਾਸੀ ਹੱਸੀ ਖਾਸੀ ਉਹਨਾਂ ਦੀ ਪੇਪਰ ਵਰਕਿੰਗ ਹੈ, ਯਾਨੀ ਕਿ ਸਿਰਫ ਸਿੰਪਲ ਹੀ ਪੇਪਰ ਨੇ ਔਰ ਵੀਜ਼ਾ ਈਜ਼ੀਲੀ ਮਿਲ ਜਾਂਦਾ? ਜੀ ਸਿੰਪਲ ਹੀ ਨੇ, ਕੋਈ ਐਡਾ ਮੁਸ਼ਕਲ ਨਹੀਂ ਹੈ, ਲੇਕਿਨ ਪੇਪਰ ਜਿਹੜੇ ਨਾ ਤੁਹਾਡੇ ਸਹੀ ਓਰੀਜਨਲ ਹੋਣੇ ਚਾਹੀਦੇ ਨੇ, ਵਿੱਚ ਕੋਈ ਫੇਕ ਪੇਪਰ ਨਹੀਂ ਲਾਣਾ ਚਾਹੀਦਾ। ਤੇ ਸਭ ਤੋਂ ਜ਼ਰੂਰੀ ਜਿਹੜੇ ਡਾਕੂਮੈਂਟਸ ਨੇ, ਅਗਰ ਯੂਨਾਨ ਤੋਂ ਕੋਈ ਪਾਕਿਸਤਾਨੀ ਜਾਂ ਕੋਈ ਦੂਸਰੀ ਕੰਟਰੀ ਦਾ ਬੰਦਾ ਜਿਹੜਾ ਕੋਈ ਵੀਡੀਓ ਵੇਖ ਰਹੇ ਨੇ, ਉਹ ਕਿਹੜੇ ਡਾਕੂਮੈਂਟਸ ਬਹੁਤ ਜ਼ਰੂਰੀ ਨੇ ਕਿ ਜਿਹੜੇ ਲਾਜ਼ਮ ਹੋਣ ਤੇ ਫਿਰ ਤੁਸੀਂ ਯੂਕੇ ਜਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ? ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜੇ ਨੇ ਨਾ ਉਹ ਬੈਂਕ ਸਟੇਟਮੈਂਟ ਤੇ ਮਾਲਕ ਦਾ ਲੈਟਰ। ਬਾਕੀ ਜਿਹੜੇ ਨੂੰ ਉਹ ਸਪੋਰਟਸ ਡਾਕੂਮੈਂਟ 'ਚ ਹੀ ਆਉਂਦੇ ਨੇ, ਉਹਨਾਂ ਦੀ ਇੰਨੀ ਕੋਈ ਨਹੀਂ। ਜਿਹੜੇ ਨਾ ਬੈਂਕ ਸਟੇਟਮੈਂਟ ਨਾ ਵੇਖਣੀ ਹੁੰਦੀ ਹੈ। ਜਿਹੜੇ ਕੈਨੇਡਾ ਵਾਲੇ ਨੇ ਉਹ ਤੁਹਾਡੇ ਕੋਲੋਂ ਦਿਲੋਂ ਸੀ ਜਿਹੜੀਆਂ ਨਾ 3 ਸਾਲ ਦੀਆਂ ਪਿਛਲੀਆਂ ਉਹ ਵੀ ਮੰਗਦੇ ਨੇ। ਅੱਛਾ, ਹੁਣ ਤੁਹਾਡਾ ਕਿੰਨੇ ਸਾਲ ਦਾ ਵੀਜ਼ਾ ਲੱਗਾ ਯਾਨੀ ਕੈਨੇਡਾ ਦਾ? ਕੈਨੇਡਾ ਦਾ ਵੀ 10 ਸਾਲ ਦਾ ਲੱਗਾ ਹੈ ਤੇ ਯੂਕੇ ਦਾ ਵੀ 10 ਸਾਲ ਦਾ ਲੱਗ ਗਿਆ। ਜੀ ਇਹ ਸਾਡੇ ਪਾਕਿਸਤਾਨੀ ਭਾਈ ਨੇ ਜ਼ਮਾਨ ਭੱਟ ਸਾਹਿਬ, ਔਰ ਇਹ ਆਪਣੀ ਜ਼ੁਬਾਨੀ ਤੁਹਾਨੂੰ ਦੱਸ ਰਹੇ ਨੇ ਕਿ ਇਹਨਾਂ ਦਾ ਮਾਸ਼ਾਅੱਲਾ 10 ਸਾਲ ਦਾ ਯੂਕੇ ਦਾ ਵੀਜ਼ਾ ਲੱਗ ਚੁੱਕਾ ਔਰ 10 ਸਾਲ ਦਾ ਹੀ ਕੈਨੇਡਾ ਦਾ। ਅਸਲ 'ਚ ਇਹਨਾਂ ਦਾ ਇੰਟਰਵਿਊ ਕਰਨ ਦਾ ਮੇਰਾ ਮਤਲਬ ਇਹ ਸੀ ਕਿ ਜਿਹੜੇ ਦੂਸਰੇ ਸਾਡੇ ਪਾਕਿਸਤਾਨੀ ਨੇ, ਬੰਗਾਲੀ, ਇੰਡੀਅਨ ਜਾਂ ਨੇਪਾਲ ਤੋਂ ਬਿਲੋਂਗ ਕਰਦੇ ਨੇ, ਜਿਹੜੇ ਸਾਡੀ ਜ਼ਬਾਨ ਸਮਝਦੇ ਨੇ, ਅੰਡਰਸਟੈਂਡ ਕਰਦੇ ਨੇ, ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ ਤਾਂ ਕਿ ਐਡਾ ਵੀ ਕੋਈ ਮੁਸ਼ਕਲ ਕੰਮ ਨਹੀਂ ਹੈ। ਤੇ ਬਾਕੀ ਮਜ਼ੀਦ ਇਹਨਾਂ ਨੂੰ ਭੱਟ ਸਾਹਿਬ ਨੂੰ ਪੁੱਛਣਾ ਕਿ ਮਜ਼ੀਦ ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਅੱਛਾ, ਤੇ ਜਦੋਂ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਪਹਿਲੀ ਦਫਾ, ਤੇ ਇਹਦੇ ਵਾਸਤੇ ਅੱਛੀ ਖਾਸੀ ਡਿਮਾਂਡ ਲੱਗੀ ਜਾਂ ਤੁਸੀਂ ਕੋਈ ਬੰਦਾ ਹਾਇਰ ਕੀਤਾ ਜਾਂ ਬਜ਼ਾਤੇ ਖੁਦ ਹੀ ਤੁਸੀਂ ਅਪਲਾਈ ਕਰ ਲਿਆ? ਨਹੀਂ ਬਜ਼ਾਤੇ ਖੁਦ ਹੀ ਮੈਂ ਕੀਤਾ। ਯੂਕੇ ਦਾ ਵੀ ਬਜ਼ਾਤੇ ਖੁਦ ਕੀਤਾ ਸੀ ਤੇ ਕੈਨੇਡਾ ਦਾ ਵੀ ਬਜ਼ਾਤੇ ਖੁਦ ਹੀ ਕੀਤਾ ਸੀ। ਉਹ ਉਸ ਤੋਂ ਇਹ ਨਹੀਂ ਕਿ ਇੱਕ ਦਿਨ 'ਚ ਮੈਂ ਕਰ ਲਿਆ ਸੀ। ਉਹਨੂੰ ਰੋਜ਼ ਖੋਲ੍ਹੀਦਾ ਸੀ, ਚੈੱਕ ਕਰੀਦਾ ਸੀ ਕੀ ਪੇ ਮੰਗਦੇ ਨੇ, ਕੀ ਵਿੱਚ ਦੇਣਾ ਹੈ। ਉਹ ਇਸ ਤਰ੍ਹਾਂ ਕਰਦਿਆਂ ਉਹ ਸਾਰੀ ਸਮਝ ਆ ਗਈ ਸੀ। ਤੇ ਮੈਕਸਿਮਮ ਕਿੰਨੀ ਕੁ ਸਟੇਟਮੈਂਟ ਹੋਣੀ ਚਾਹੀਦੀ ਵੀਜ਼ਾ ਅਪਲਾਈ ਕਰਨ ਲਈ? ਵੀਜ਼ਾ ਅਪਲਾਈ ਸਟੇਟਮੈਂਟ ਦੀ ਕੋਈ ਰਿਕੁਆਇਰ ਨਹੀਂ ਹੈ ਉਹਨਾਂ ਦੀ ਕਿ ਇੰਨੀ ਸਟੇਟਮੈਂਟ ਹੋਣੀ ਚਾਹੀਦੀ ਹੈ। ਤੁਹਾਡੀ ਜਿੰਨੀ ਸੈਲਰੀ ਪੈਂਦੀ ਉਹਦੇ ਮੁਤਾਬਕ ਹੋਣੀ ਚਾਹੀਦੀ। ਕਮ ਸੇ ਕਮ ਕਿੰਨੇ ਕਮਾਂ ਦੀ ਹੋਣੀ ਚਾਹੀਦੀ? 6 ਮਾਹ ਦੀ। ਯਾਨੀ ਕਿ ਵੀਜ਼ਾ ਅਪਲਾਈ ਕਰਨ ਤੋਂ 6 ਮਾਹ ਪਹਿਲਾਂ ਦੀ ਸਟੇਟਮੈਂਟ ਜ਼ਰੂਰ ਹੋਣੀ ਚਾਹੀਦੀ? ਜੀ ਬਿਲਕੁਲ ਜ਼ਰੂਰ ਹੋਣੀ ਚਾਹੀਦੀ ਤੇ ਹੋਣੀ ਇੰਗਲਿਸ਼ 'ਚ ਚਾਹੀਦੀ ਹੈ। ਅਗਰ ਇੰਗਲਿਸ਼ 'ਚ ਨਾ ਹੋਵੇ ਤਾਂ ਉਹਦੀ ਟਰਾਂਸਲੇਟ ਕਰਵਾਉਣੀ ਪੈਂਦੀ ਹੈ। ਠੀਕ ਹੈ। ਔਰ ਇਹਦੀ ਫੀਸ ਤਕਰੀਬਨ ਕਿੰਨੀ ਹੈ ਯੂਕੇ ਦੇ ਵੀਜ਼ੇ ਦੀ ਔਰ ਕੈਨੇਡਾ ਦੀ? ਯੂਕੇ ਦੀ ਵੀ ਜਿਹੜੀ ਹੈ ਨਾ ਉਹ
ਫਿੰਗਰਾਂ ਸਮੇਤ ਜਿਹੜੀ ਉਹ 100 ਤੇ 80 ਕੁ ਯੂਰੋ ਲੈਂਦੇ ਨੇ ਮੇਰੇ ਖਿਆਲ ਨਾਲ। ਤੇ ਕੈਨੇਡਾ? ਕੈਨੇਡਾ ਦੀ ਵੀ ਤਕਰੀਬਨ ਇੰਨੀ ਕੁ ਹੀ ਹੈ। ਤੇ ਇਹਦੇ ਵਾਸਤੇ ਪਾਸਪੋਰਟ ਕਿੰਨਾ ਕੁ ਵੈਲਿਡ ਹੋਣਾ ਚਾਹੀਦਾ? ਕਮ ਸੇ ਕਮ 6 ਮਹੀਨੇ ਤੋਂ ਉੱਤੇ। 6 ਮਹੀਨੇ ਦੇ ਉੱਤੇ ਪਾਸਪੋਰਟ ਵੈਲਿਡ ਹੋਏ ਤੇ ਫਿਰ ਵੀਜ਼ਾ ਅਪਲਾਈ ਕਰਨਾ। ਅੱਛਾ, ਉਸ ਤੋਂ ਬਾਅਦ ਪਾਕਿਸਤਾਨੀ ਜਿਹੜੇ ਇੱਥੇ ਯੂਨਾਨ ਦੇ ਅੰਦਰ ਨੇ, ਅਗਰ ਕਿਸੇ ਬੰਦੇ ਕੋਲ 3 ਸਾਲ ਦੇ ਪੇਪਰ ਨੇ, 3 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਾਂ 7 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਡਾਕੂਮੈਂਟਸ ਨੇ, ਇਹਦੇ ਵਾਸਤੇ ਤੇ ਕੋਈ ਉਹਨਾਂ ਦੀ ਲਿਮਿਟ ਨਹੀਂ ਆ ਕਿ ਕਿਹੜੇ ਪੇਪਰਾਂ ਤੇ ਬੰਦਾ ਵੀਜ਼ਾ ਅਪਲਾਈ ਕਰ ਸਕਦਾ, ਜਾਂ ਇਹਦੇ ਵਾਸਤੇ ਵੀ ਕੋਈ ਉਹਨਾਂ ਦੀ ਲਿਮਿਟ ਹੈ ਕਿ ਨਹੀਂ ਕਿਸੇ ਕੋਲ 7 ਸਾਲ ਦੇ ਹੋਣੇ ਚਾਹੀਦੇ ਜਾਂ ਆਧਾ ਪਾਰਾਮੋਨੀ ਵਗੈਰਾ ਹੋਣਾ ਚਾਹੀਦਾ? ਸੌਰੀ, ਉਹ ਜਿਹੜੇ ਨੇ ਹੈਪੀ ਮੈਕਰੋਨ। ਨਹੀਂ, ਇਹਦੇ ਵਾਸਤੇ ਕੋਈ ਇਸ਼ੂ ਨਹੀਂ ਕਿ ਤੁਹਾਡੇ ਕੋਲ ਕਿਹੜੀ ਇਮੀਗ੍ਰੇਸ਼ਨ ਹੈ, ਸਿਰਫ ਤੁਹਾਡੇ ਕੋਲ ਕਾਰਡ ਹੋਣਾ ਚਾਹੀਦਾ ਆਦੀਆ ਪਾਰਾਮੋਨੀ ਜਿਹੜਾ ਹੋਵੇ, ਵਿਵਸਥਾ ਨਹੀਂ ਹੋਣੀ ਚਾਹੀਦੀ। ਚਾਹੇ ਉਹ 3 ਸਾਲ ਇਮੀਗ੍ਰੇਸ਼ਨ ਦਾ ਜਾਂ ਚਾਹੇ 3 ਸਾਲ ਵਾਲਾ ਜਾਂ 7 ਸਾਲ ਵਾਲਾ ਜਾਂ 10 ਸਾਲ ਵਾਲਾ, ਜੋ ਵੀ ਕਾਰਡ ਹੋਣਾ ਚਾਹੀਦਾ। ਯਾਨੀ ਯੂਨਾਨ ਦੇ ਲੀਗਲ ਪੇਪਰਾਂ ਤੇ ਹੀ ਤੁਸੀਂ ਅਪਲਾਈ ਕਰ ਸਕਦੇ? ਹਾਂਜੀ ਬਿਲਕੁਲ। ਅੱਛਾ, ਇਸ ਤੋਂ ਇਲਾਵਾ ਜਦੋਂ ਤੁਸੀਂ ਯੂਕੇ ਗਏ ਹੋ, ਯੂਕੇ ਦੇ ਹਾਲਾਤ ਮਾਮਲਾ ਚਲੋ ਤੁਸੀਂ ਵੇਖੇ, ਤੁਸੀਂ ਫਿਰ ਤੁਰ ਕੇ ਆਏ ਹੋ, ਤੇ ਯੂਕੇ ਹਰ ਇੱਕ ਨਾਰਮਲ ਬੰਦਾ ਵੀ ਖਰਚਾ ਅਫੋਰਡ ਕਰ ਸਕਦਾ ਜਾਂ ਅੱਛੇ ਖਾਸੀ ਸੈਲਰੀ ਵਾਲਾ ਬੰਦਾ ਹੀ ਵਿਜ਼ਿਟ ਕਰ ਸਕਦਾ? ਨਹੀਂ, ਨਾਰਮਲ ਹੀ, ਉੱਥੇ ਕੋਈ ਜ਼ਿਆਦਾ ਨਹੀਂ ਹੈ। ਹੋਟਲ ਵੀ ਤੁਸੀਂ ਨਾਰਮਲ ਵੀ ਮਿਲ ਜਾਂਦੇ ਨੇ। ਟਿਕਟ ਜਿਹੜੀ ਉਹ ਤਾਂ ਬਿਲਕੁਲ ਹੀ ਸਸਤੀ ਹੈ, ਤਕਰੀਬਨ ਤੁਹਾਨੂੰ ਰਿਟਰਨ ਜਿਹੜੀ ਹੈ 90 ਨਹੀਂ ਤੇ 100 ਯੂਰੋ, 120 ਯੂਰੋ ਤੱਕ ਲੱਭ ਜਾਂਦੀ ਹੈ ਰਿਟਰਨ। ਔਰ ਕੈਨੇਡਾ ਦੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਟਿਕਟ ਉਹ ਜਿੰਨੀ ਕੁ ਤੁਹਾਨੂੰ ਪਾਕਿਸਤਾਨ ਦੀ ਲੱਭਦੀ 700-800 ਯੂਰੋ ਦੀ, ਇੰਨੇ ਕੁ ਦੀ ਮਿਲੇਗੀ। ਔਰ ਉੱਥੇ ਅਖਰਾਜਾਤ? ਉੱਥੇ ਥੋੜ੍ਹੇ ਜਿਹੇ ਅਖਰਾਜਾਤ ਯੂਕੇ ਨਾਲ ਥੋੜ੍ਹੇ ਜ਼ਿਆਦਾ ਨੇ ਕੈਨੇਡਾ ਦੇ ਅੰਦਰ? ਜੀ ਬਿਲਕੁਲ। ਔਰ ਹੁਣ ਅਗਰ ਤੁਹਾਡਾ 10 ਸਾਲ ਦਾ ਵੀਜ਼ਾ ਸਟੈਂਪ ਹੋ ਗਿਆ ਤੇ ਇਸ ਤੋਂ ਬਾਅਦ ਜਿੰਨੇ ਵੀ ਪਾਕਿਸਤਾਨੀ ਵੀਰ ਭਰਾ ਨੇ, ਅਗਰ ਉਹ ਤੁਹਾਡੇ ਕੋਲੋਂ ਕੋਈ ਇਨਫੋਰਮੇਸ਼ਨ ਲੈਣਾ ਚਾਹਣ ਜਾਂ ਤੁਹਾਡੀ ਹੈਲਪ ਦੀ ਲੋੜ ਪਏ ਤਾਂ ਤੁਸੀਂ ਉਹਨਾਂ ਦੀ ਕਰੋਗੇ? ਜੀ ਬਿਲਕੁਲ, ਫ੍ਰੀ ਕਾਸਟ ਕਰਾਂਦੇ ਉਹਨਾਂ ਦੀ। ਪੈਸੇ ਲੈ ਕੇ? ਪੈਸੇ ਨਹੀਂ, ਫ੍ਰੀ ਕਰਾਂਦੇ ਕਿ ਪੈਸੇ ਕਿਉਂ ਲੈਣੇ ਨੇ। ਕਿਸੇ ਟਾਈਮ ਵੀ ਫੋਨ ਕਰਕੇ ਕੋਈ ਵੀ ਪੁੱਛ ਸਕਦਾ ਹੋਵੇ, ਜੋ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਅਸੀਂ ਜ਼ਰੂਰ ਦਿਆਂਗੇ। ਔਰ ਤੁਸੀਂ ਕੋਈ ਵੀ ਤੁਹਾਡਾ ਸਵਾਲ ਹੋ ਰਿਹਾ ਤੁਸੀਂ ਕਮੈਂਟ ਸੈਕਸ਼ਨ ਦੱਸ ਸਕਦੇ ਹੋ, ਅਸੀਂ ਦੁਬਾਰਾ ਦੁਬਾਈ ਉਹਨਾਂ ਦਾ ਇੰਟਰਵਿਊ ਕਰ ਸਕਦੇ ਹਾਂ, ਕੋਈ ਐਸਾ ਮਸਲਾ ਨਹੀਂ। ਔਰ ਯੂਨਾਨ ਦੇ ਅੰਦਰ ਤੁਸੀਂ ਇੰਨਾ ਅਰਸਾ ਗੁਜ਼ਾਰ ਦਿੱਤਾ ਹੈ, ਤੇ ਯੂਨਾਨ ਦੇ ਅੰਦਰ ਪਾਕਿਸਤਾਨੀ ਕਮਿਊਨਿਟੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹਨਾਂ ਸਾਰਿਆਂ ਨੂੰ ਵੀਜ਼ੇ ਅਪਲਾਈ ਕਰਨੇ ਚਾਹੀਦੇ ਨੇ, ਫਿਰਨਾ ਤੁਰਨਾ ਚਾਹੀਦਾ, ਜਾਂ ਬਸ ਇੱਥੇ ਹੀ ਪੈਸੇ ਗੇਂਦੇ ਰਹੀਏ ਸਾਰੇ ਬਹਿ ਕੇ? ਨਹੀਂ, ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿਹੜੇ ਕੰਮ ਲੱਗੇ ਨੇ ਕਮਾਈ ਦੇ ਕਾਹਦੇ ਵਾਸਤੇ ਨੇ, ਜੇ ਆਪਣੇ ਤੇ ਨਹੀਂ ਲਾਣੇ ਤੇ ਕੁਝ ਨਹੀਂ ਹੁੰਦਾ। ਜੇ ਅਗਰ 1 ਮਹੀਨੇ ਦੀ ਸੈਲਰੀ ਤੁਸੀਂ ਆਪਣੇ ਆਪ ਤੇ ਲਾ ਕੇ ਕਿਧਰੇ ਫਿਰ ਟੁਰ ਆਉਂਦੇ ਹੋ ਕੁਛ 2 ਸਾਲਾਂ 3 ਸਾਲਾਂ ਬਾਅਦ, ਤੇ ਉਹ ਕੋਈ ਐਡੀ ਇਸ਼ੂ ਵਾਲੀ ਗੱਲ ਨਹੀਂ ਹੈ। ਤੇ ਯੂਕੇ ਦੇ 'ਚ ਬਿਲਕੁਲ ਖਰਚਾ ਥੋੜ੍ਹਾ ਹੀ ਹੁੰਦਾ ਵੇ, ਉੱਥੇ ਤੁਸੀਂ ਈਜ਼ੀਲੀ ਜਾ ਸਕਦੇ ਹੋ। 100 ਯੂਰੋ ਦੀ ਟਿਕਟ ਆਉਂਦੀ ਹੈ, ਕੋਈ 100-150 ਦਾ ਹੋਟਲ ਬੁੱਕ ਹੋ ਜਾਏਗਾ, ਤੇ ਕੋਈ 200 ਯੂਰੋ ਤੁਸੀਂ ਉੱਥੇ ਖਾ ਆਵੋ, ਤੇ 400-500 ਯੂਰੋ 'ਚ ਤੁਸੀਂ ਯੂਕੇ ਦਾ ਟੂਰ ਕਰਕੇ ਆ ਸਕਦੇ ਹੋ। ਉਹ ਕੋਈ ਟੈਨਸ਼ਨ ਨਹੀਂ ਹੈ। ਅੱਛਾ, ਔਰ ਜਿਹੜੇ ਇੱਥੇ ਫੈਮਿਲੀ ਵਾਲੇ ਨੇ, ਜਿੰਨੇ ਵੀ ਪਾਕਿਸਤਾਨੀ ਨੇ ਜਾਂ ਬੰਗਾਲੀ ਇੰਡੀਅਨ ਜਿਹੜੇ ਨੇ, ਜਿਨ੍ਹਾਂ ਦੀ ਫੈਮਿਲੀਜ਼ ਇੱਥੇ ਨੇ, ਉਹ ਵੀ ਕਿਆ ਆਨਲਾਈਨ ਵੀਜ਼ੇ ਅਪਲਾਈ ਕਰ ਸਕਦੇ ਨੇ ਯੂਕੇ ਕੈਨੇਡਾ ਵਗੈਰਾ ਦਾ? ਜੀ ਬਿਲਕੁਲ, ਉਹ ਕਰਨ ਦੀ ਉਹਨਾਂ ਵਾਸਤੇ ਹੋਰ ਈਜ਼ੀ ਹੈ। ਫੈਮਿਲੀ ਨੂੰ ਤਾਂ ਉਹ ਜਲਦੀ ਦੇ ਸਕਦੇ ਨੇ। ਯਾਨੀ ਸਾਰਿਆਂ ਵਾਸਤੇ ਆਹੀ ਰਿਕੁਆਇਰਮੈਂਟ ਡਾਕੂਮੈਂਟਸ ਹੋਣਗੇ, ਫਾਰ ਐਗਜ਼ਾਮਪਲ ਮਾਲਕ ਦੇ ਪੇਪਰ? ਜੀ ਬਿਲਕੁਲ, ਇਹ ਹੀ ਹੋਣ ਦੇ, ਲੇਕਿਨ ਫੈਮਿਲੀ ਵਾਸਤੇ ਥੋੜ੍ਹਾ ਜਿਹਾ ਹੁੰਦਾ ਹੈ ਕਿ ਉਹਨਾਂ ਤੁਹਾਡਾ ਬੈਕਗਰਾਊਂਡ ਵੇਖਣਾ ਹੁੰਦਾ ਹੈ ਕਿ ਵੀ ਕਿੰਨੀ ਇਹਦੀ ਸੈਲਰੀ ਹੈ, ਵੀ ਅਫੋਰਡ ਕਰ ਸਕਦਾ ਫੈਮਿਲੀ ਨੂੰ। ਵੀ ਇਕੱਲੇ ਬੰਦੇ ਨੇ ਜਿਹਨੇ ਕਰਨੀ ਹੈ ਉਹਦਾ ਹੋਰ ਹਿਸਾਬ ਹੈ, ਜਿਸ ਟਾਈਮ ਫੈਮਿਲੀ ਦੇ ਨਾਲ ਉਹਨਾਂ ਕਰਨੀ ਹੈ ਤਾਂ ਉਹਨਾਂ ਫਿਰ ਉਹਦੀ ਬੈਂਕ ਸਟੇਟਮੈਂਟ ਵੇਖਣੀ ਹੈ ਕਿ ਵਾਕਈ ਇਹਦੇ ਕੋਲ ਸਟਰੋਂਗ ਹੈ ਬੈਂਕ ਸਟੇਟਮੈਂਟ, ਕਿ ਵੀ ਇਹ ਟੂਰ ਕਰ ਸਕਦਾ, ਉੱਥੇ ਜਾ ਕੇ ਅਖਰਾਜਾਤ ਕਰ ਸਕਦਾ ਆਪਣੇ, ਕਿ ਨਹੀਂ ਕਰ ਸਕਦਾ। ਠੀਕ ਹੋ ਗਿਆ। ਔਰ ਪਾਕਿਸਤਾਨੀ ਕਮਿਊਨਿਟੀ ਵਾਸਤੇ ਤੁਹਾਡਾ ਕੀ ਮੈਸੇਜ ਹੈ ਕਿ ਕਿਸ ਤਰੀਕੇ ਨਾਲ ਇੱਥੇ ਸਾਨੂੰ ਰਹਿਣਾ ਚਾਹੀਦਾ, ਕਿ ਯੂਨਾਨ 'ਚ ਵੀ ਤੁਸੀਂ ਇੰਨਾ ਅਰਸਾ ਗੁਜ਼ਾਰ ਦਿੱਤਾ ਹੈ, ਔਰ ਯੂਨਾਨ ਦੇ ਤੁਸੀਂ ਜਾਣਦੇ ਜੋ ਹਾਲਾਤ ਮਾਮਲਾ ਹੈ ਨੇ, ਇਹਨਾਂ ਜਿਹੜੀ ਯੰਗ ਯੂਥ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹਨਾਂ ਨੂੰ ਕੀ ਦੇਣਾ ਵੇ ਕਿ ਮੈਂ ਤਾਂ ਇਹੀ ਕਹਾਂਗਾ, ਜੇ ਅਗਰ ਇਹਨਾਂ ਕੋਲ ਇੱਥੇ ਪੇਪਰ ਹੈ ਨੇ ਤੇ ਕੰਮ ਵੀ ਹੈ, ਫਿਰ ਤੇ ਕੰਮ ਇੱਥੇ ਡਟ ਕੇ ਕਰਨਾ ਚਾਹੀਦਾ। ਤੇ ਅਗਰ ਜਿਨ੍ਹਾਂ ਕੋਲ ਨਹੀਂ ਪੇਪਰ, ਤੇ ਉਹਨਾਂ ਵਾਸਤੇ ਤਾਂ ਮਸ਼ਵਰਾ ਇਹ ਹੈ ਕਿ ਵੀ ਉਹ ਇੱਥੇ ਨਾ ਰਹਿਣ, ਇੱਥੇ ਨਾ ਟਿਕਣ। ਜਿਸ ਤਰ੍ਹਾਂ ਵੀ ਉਹ ਜਾ ਸਕਦੇ ਨੇ ਅਗਲੀਆਂ ਕੰਟਰੀਆਂ 'ਚ, ਉਹ ਚਲੇ ਜਾਣ, ਕਿਉਂਕਿ ਇੱਥੇ ਜੋ ਹਾਲਾਤ ਜਾ ਰਹੇ ਨੇ ਸੀ ਸਾਹਿਬ, ਉਹ ਪੇਪਰਾਂ ਵਾਲੇ ਬਹੁਤ ਸਖਤ ਉਹਨਾਂ ਕਰ ਛੜੇ ਨੇ। ਹਾਂਜੀ ਗੱਲ। ਔਰ ਇੰਨੇ ਅਰਸੇ ਦੇ ਵਿੱਚ ਤੁਸੀਂ ਵੇਖਿਆ ਵੀ ਹੈ ਕਿ ਯੂਨਾਨ ਦੇ ਹਾਲਾਤ ਕਦੀ ਬਹੁਤ ਜ਼ਿਆਦਾ ਸਖਤ ਹੋ ਜਾਂਦੇ ਨੇ, ਕਦੀ ਬਹੁਤ ਜ਼ਿਆਦਾ ਨਰਮ ਹੋ ਜਾਂਦੇ ਨੇ। ਤੁਸੀਂ ਇਹਨਾਂ ਤੋਂ ਕੀ ਸਿੱਖਿਆ ਕਿ ਵਾਕਈ ਯੂਨਾਨ ਦੇ ਲੋਕ ਪਹਿਲਾਂ ਅੱਛੇ ਸਨ ਜਾਂ ਹੁਣ ਅੱਛੇ ਨੇ? ਨਹੀਂ, ਯੂਨਾਨ ਦੇ ਲੋਕ ਜਿਹੜੇ ਪਹਿਲਾਂ ਸਨ ਉਹ ਅੱਛੇ ਨੇ। ਹੁਣ ਜਿਹੜੀ ਗੌਰਮੈਂਟ ਆਈ ਹੈ, ਜਿਸ ਹਿਸਾਬ ਨਾਲ ਉਹ ਕਾਨੂੰਨ ਬਣਾ ਰਹੀ ਹੈ, ਕਰ ਰਹੀ ਹੈ, ਉਹਦੇ ਤੋਂ ਤੇ ਇਹ ਸਾਬਤ ਹੁੰਦਾ ਕਿ ਉਹ ਸਾਡੇ ਵਾਸਤੇ ਬਹੁਤ ਮੁਸ਼ਕਲਾਂ ਪੈਦਾ ਕਰ ਰਹੀ ਹੈ। ਤੇ ਆਉਣ ਵਾਲੇ ਵਕਤ ਦਾ ਪਤਾ ਕੋਈ ਨਹੀਂ,
ਹੋ ਸਕਦਾ ਉਹ ਸਾਡੇ ਵਾਸਤੇ ਕੁਝ ਹੋਰ ਬਿਹਤਰ ਕਰਦੇ ਹੋਣ, ਲੇਕਿਨ ਸਾਨੂੰ ਉਹ ਲੱਗਦਾ ਹੋਵੇ ਕਿ ਸਾਡੇ ਵਾਸਤੇ ਉਹ ਬਿਹਤਰ ਨਹੀਂ ਹੈ। ਇਹ ਤੇ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਕਿ ਕੀ ਕਰਦੇ ਨੇ ਪਏ। ਤੁਹਾਨੂੰ ਲੱਗਦਾ ਕਿ ਹੁਣ ਯੂਨਾਨ ਦੇ ਲੋਕ ਸਾਡੇ ਤੋਂ ਵੀ ਥੋੜੀ ਜਿਹੀ ਖਿੱਚ ਖਾਣ ਲੱਗ ਪਏ ਨੇ? ਉਹ ਤਾਂ ਬਹੁਤ ਜ਼ਿਆਦਾ ਖਿੱਚ ਖਾਣ ਲੱਗ ਪਏ ਨੇ। ਉਹਦੀ ਵਜ੍ਹਾ ਸਿਰਫ ਸਾਡੇ ਆਪਣੀਆਂ ਗਲਤੀਆਂ ਨਹੀਂ ਹੈ? ਸਾਡੀਆਂ ਆਪਣੀਆਂ ਗਲਤੀਆਂ ਨੇ। ਯਾਨੀ ਕਿ ਤੁਸੀਂ ਸਮਝਦੇ ਹੋ ਕਿ ਅਸੀਂ ਵੀ ਗਲਤ ਹਾਂ ਜਿਹਦੀ ਵਜ੍ਹਾ ਤੋਂ ਇੰਨਾ ਮੁਸ਼ਕਲਾਤ ਹੋ ਗਈ। ਬਿਲਕੁਲ ਬਿਲਕੁਲ। ਔਰ ਐਂਡ ਤੇ ਜਿਹੜੇ ਪਾਕਿਸਤਾਨੀ ਨੇ, ਜਿਹੜੇ ਪਾਕਿਸਤਾਨ ਤੋਂ ਆਉਣਾ ਚਾਹੁੰਦੇ ਨੇ ਯੂਨਾਨ, ਯਾਨੀ ਕਿ ਨਵੇਂ ਆਉਣ ਦੇ ਖੁਆਇਸ਼ਮੰਦ ਨੇ, ਉਹਨਾਂ ਨੂੰ ਤੁਸੀਂ ਕੀ ਰਿਕਮੈਂਡ ਕਰੋਗੇ ਕਿ ਉਹ ਯੂਨਾਨ ਆਉਣ ਜਾਂ ਕਿਸੇ ਦੂਸਰੇ ਮੁਲਕ ਜਾਣ ਔਰ ਪੇਪਰ ਬਣ ਜਾਣਗੇ ਜਲਦੀ? ਨਹੀਂ, ਉਹਨਾਂ ਵਾਸਤੇ ਤਾਂ ਬਿਹਤਰ ਹੈ ਹੀ ਹੈ ਕਿ ਅਗਰ ਸਪੇਨ ਵਗੈਰਾ ਚਲੇ ਜਾਣ ਤੇ ਉਹ ਬਿਹਤਰ ਹੈ। ਇੱਥੇ ਜਿਹੜਾ ਉਹ ਉਹਨਾਂ ਵਾਸਤੇ ਬਿਹਤਰ ਨਹੀਂ ਹੈ, ਕਿਉਂਕਿ ਜਿਹੜੇ ਐਗਰੀਕਲਚਰ ਦੇ ਵੀਜ਼ਿਆਂ 'ਤੇ ਆ ਰਹੇ ਨੇ ਉਹ ਸਿਰਫ ਉੱਥੇ ਹੀ ਕੰਮ ਕਰ ਸਕਦੇ ਨੇ, ਕਿਧਰੇ ਹੋਰ ਨਹੀਂ ਕਰ ਸਕਦੇ। ਤੇ ਅੱਗੋਂ ਸੁਣਨ 'ਚ ਆ ਰਿਹਾ ਕਿ ਉਹ ਅਗਰ ਅਗਲੇ ਮੁਲਕਾਂ 'ਚ ਚਲੇ ਵੀ ਜਾਂਦੇ ਨੇ ਉਸ ਵੀਜ਼ੇ 'ਤੇ ਉਹਨਾਂ ਉੱਥੇ ਜਿਸ ਟਾਈਮ ਉਹਨਾਂ ਪਾਸਪੋਰਟ ਨੰਬਰ ਮਾਰਨਾ, ਫਿੰਗਰ ਉਹਨਾਂ ਦੇ ਚੈੱਕ ਕਰਨੇ ਨੇ, ਅਗਰ ਉਹਨਾਂ ਦਾ ਵੀਜ਼ਾ ਇੱਥੇ ਦਾ ਗ੍ਰੀਸ ਦਾ ਲੱਗੇ ਹੈ ਤੇ ਉਹਨਾਂ ਤੁਹਾਨੂੰ ਡਿਪੋਰਟ ਕਰ ਸਕਣਾ। ਯਾਨੀ ਵਾਪਸ ਯੂਨਾਨ ਆਉਣਗੇ ਕਿ ਨਹੀਂ, ਉਹਨਾਂ ਵਾਪਸ ਪਾਕਿਸਤਾਨ ਭੇਜ ਦੇਣਾ। ਯਾਨੀ ਕਿ ਜਿੰਨੇ ਵੀ ਪਾਕਿਸਤਾਨੀ ਸਾਡੇ ਵੀਰ ਭਰਾ ਪਾਕਿਸਤਾਨ ਤੋਂ ਨਵੇਂ ਆ ਰਹੇ ਨੇ, ਯੂਨਾਨ ਦੇ ਅੰਦਰ ਐਗਰੀਕਲਚਰ ਯਾਨੀ ਜ਼ਰਈ ਵੀਜ਼ਿਆਂ 'ਤੇ, ਜ਼ਿਮੀਂਦਾਰੀ ਦੇ ਵੀਜ਼ਿਆਂ 'ਤੇ ਅਗਰ ਉਹ ਯੂਨਾਨ ਨਹੀਂ ਰੋਕਦੇ, ਅਗਲੀ ਕੰਟਰੀ ਚਲੇ ਜਾਂਦੇ ਨੇ, ਤੇ ਹੁਣ ਇਹ ਵੀ ਕਾਨੂੰਨ ਹਨ ਕਰੀਬ ਆਉਣ ਦਾ ਬਹੁਤ ਜ਼ਿਆਦਾ ਕਵੀ ਅੰਦੇਸ਼ਾ ਹੈ ਕਿ ਉਹਨਾਂ ਨੂੰ ਯੂਨਾਨ ਆ ਕੇ ਅਗਰ ਯੂਨਾਨ ਤੋਂ ਦੌੜ ਜਾਂਦੇ ਨੇ ਤਾਂ ਉਹਨਾਂ ਵਾਪਸ ਪਾਕਿਸਤਾਨ ਡਿਪੋਰਟ ਕੀਤਾ ਜਾਏਗਾ, ਯਾਨੀ ਜਿਸ ਮੁਲਕ ਦੇ ਵੀ ਹੋਣਗੇ। ਅੱਛਾ, ਐਂਡ ਤੇ ਤੁਹਾਡੇ ਨਾਲ ਇੱਕ ਹੀ ਬਾਤ ਹੈ ਵੇ ਕਿ ਯੂਨਾਨ ਦੇ ਅੰਦਰ ਤੁਸੀਂ ਇੰਨਾ ਅਰਸਾ ਗੁਜ਼ਾਰ ਦਿੱਤਾ ਹੈ, ਤੇ ਯੂਨਾਨ ਦੇ ਹਾਲਾਤ ਔਰ ਪਾਕਿਸਤਾਨੀ ਕਮਿਊਨਿਟੀ ਕਿਦੋਂ ਇੱਕ ਪਲੇਟਫਾਰਮ ਤੇ ਆਏਗੀ ਔਰ ਕਿਸ ਤਰ੍ਹਾਂ ਆ ਸਕਦੀ ਹੈ? ਕਈਆਂ ਕਦੀ ਵੀ ਨਹੀਂ ਆ ਸਕਦੀ। ਇਹ ਨਹੀਂ ਕਦੀ ਵੀ ਆ ਸਕਦੇ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਨਹੀਂ ਆ? ਇਹ ਨਹੀਂ ਆ ਸਕਦੇ। ਨਹੀਂ, ਫੇਰ ਵੀ ਇਹ ਸਾਰਿਆਂ ਨੂੰ ਆਪਣੀ ਆਪਣੀ ਇੱਥੇ ਪਈ, ਇਹ ਨਹੀਂ ਆ ਸਕਦੇ ਅੱਗੇ। ਨਹੀਂ ਆ ਸਕਦਾ। ਇਹ ਨਹੀਂ ਆ ਸਕਦਾ। ਯਾਨੀ ਕਿ ਤੁਸੀਂ ਕਮ ਸੇ ਕਮ 20 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇੱਕ ਲਫ਼ਜ਼ 'ਚ ਹੀ ਕੀ ਹੈ? ਜੀ ਬਿਲਕੁਲ, ਇਹ ਨਹੀਂ ਨਹੀਂ ਚੱਕਰ ਹੀ ਨਹੀਂ ਹੈ। ਪਾਕਿਸਤਾਨ ਕੇ ਸਿਆਸੀ ਜਮਾਤ ਨੂੰ ਸਪੋਰਟ ਕਰਦੇ ਹੋ? ਮੈਂ ਤਹਿਰੀਕ ਇਨਸਾਫ ਨੂੰ। ਯਾਨੀ ਇਮਰਾਨ ਖਾਨ ਦੇ ਵੱਡੇ ਫੈਨ ਹੋਏ ਤਾਂ ਮੈਨੂੰ ਪਤਾ। ਇਮਰਾਨ ਖਾਨ ਜ਼ਿੰਦਾਬਾਦ ਜੀ, ਇਮਰਾਨ ਖਾਨ ਜ਼ਿੰਦਾਬਾਦ। ਤੇ ਯੂਨਾਨ ਦੇ ਅੰਦਰ ਪੀਟੀਆਈ ਇੱਕ ਪਲੇਟਫਾਰਮ ਤੇ ਜਾਂ ਵੀ ਧੜਿਆਂ 'ਚ? ਨਹੀਂ, ਇਹ ਇੱਕ ਪਲੇਟਫਾਰਮ ਤੇ ਨੇ। ਠੀਕ ਹੋ ਗਿਆ। ਤੇ ਯੂਨਾਨ ਦੇ ਅੰਦਰ ਜਿਹੜੇ ਪੀਟੀਆਈ ਦੇ ਵਰਕਰ ਨੇ ਉਹਨਾਂ ਤੁਸੀਂ ਖੁਸ਼ ਹੋ? ਉਹਨਾਂ ਤੋਂ ਵਰਕ ਸਹੀ ਕਰ ਰਹੇ? ਬਿਲਕੁਲ ਖੁਸ਼ ਹਾਂ, ਉਹਨਾਂ ਦੇ ਸਹੀ ਵਰਕ ਕਰ ਰਹੇ ਨੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੀਟੀਆਈ ਦੇ ਕੋਈ ਇੱਥੇ ਫੰਕਸ਼ਨ ਵਗੈਰਾ ਉਹ ਕਰਵਾਉਣਗੇ ਕਿ ਜਾਂ ਸਿਰਫ ਖਾਮੋਸ਼ ਹੀ ਤੁਸੀਂ ਫੰਕਸ਼ਨ ਕਰ ਰਹੇ ਹੋ ਸਾਰੇ? ਨਹੀਂ, ਕਰਵਾਉਂਦੇ ਆ ਵੀ ਅੱਜ ਵੀ ਇਨਸ਼ਾਅੱਲਾ ਪ੍ਰੋਗਰਾਮ ਹੈ ਵੇ। ਇਮਰਾਨ ਖਾਨ ਦੀ ਸਾਲਗਿਰਾ, ਅੱਜ ਜਾ ਕੇ ਉਹਨਾਂ ਦਾ ਕੇਕ ਸ਼ੇਕ ਕਟਾਂਗੇ ਤੇ ਜੋ ਵੀ ਹੁੰਦਾ ਅਸੀਂ ਕਰਨੇ ਆ। ਪੀਟੀਆਈ ਦਾ ਕੋਈ ਐਸਾ ਇਸ਼ੂ ਨਹੀਂ ਹੈ, ਸਾਰੇ ਇੱਕ ਪੇਜ ਤੇ ਨੇ ਪੀਟੀਆਈ ਦਾ। ਔਰ ਪਾਕਿਸਤਾਨ ਵਾਸਤੇ ਕੀ ਮੈਸੇਜ ਹੈ ਕਿ ਪਾਕਿਸਤਾਨ ਵਾਸਤੇ ਹੀ ਕੀ ਕਰ ਸਕਦੇ ਹਾਂ ਦਾਇਰੇ ਗੈਰ ਦੇ ਵਿੱਚ? ਦੇਖੋ ਸੀ ਬਾਈ, ਇੱਥੇ ਅਸੀਂ ਜਿਹੜੇ ਵੀ ਆਏ ਅਸੀਂ ਪਾਕਿਸਤਾਨ ਵਾਸਤੇ ਹੀ ਕਰਨੇ ਆ। ਜੋ ਅਸੀਂ ਕਮਾਣਾ ਕਰਨਾ ਪਾਕਿਸਤਾਨ ਹੀ ਭੇਜਨੇ ਆ। ਤੇ ਮਈਸ਼ਤ ਜਿਹੜੀ ਹੈ ਉਹ ਇੱਥੋਂ ਡਾਲਰ ਜਾਂਦੇ ਨੇ, ਕੋਈ ਇੱਕ ਬੰਦਾ ਤਾਂ ਨਹੀਂ ਹੈ, ਲੱਖਾਂ ਦੇ ਹਿਸਾਬ ਨਾਲ ਨੇ ਤੇ ਰੋਜ਼ ਜਾਂਦੇ ਨੇ। ਉਹ ਸਾਡੀ ਮਈਸ਼ਤ 'ਤੇ ਹੀ ਅਸਰ ਪੈਂਦਾ ਹੈ ਨਾ। ਤੇ ਲੇਕਿਨ ਸਾਡੇ ਜਿਹੜੇ ਹੁਕਮਰਾਨ ਨੇ ਉਹ ਸਾਨੂੰ ਉਸ ਤਰ੍ਹਾਂ ਸਮਝਦੇ ਨਹੀਂ ਹੈ। ਇੰਝ ਗੱਲ ਹੈ, ਅਗਰ ਕੋਈ ਅੱਛਾ ਕਰੇਗਾ ਤੇ ਵਾਕਈ ਉਹਦੀ ਸਪੋਰਟ ਕਰੇਗੀ, ਅਗਰ ਅੱਛਾ ਨਾ ਕਰੇਗਾ ਤੇ ਹਰ ਬੰਦਾ ਹੀ ਆਪਣੇ ਹੁਕਮਰਾਨਾਂ ਨੂੰ ਜ਼ਰੂਰ ਬੁਰਾ ਬੁਲਾਉਂਦਾ ਵੀ ਰਹੇਗਾ ਔਰ ਨਾ ਖੁਸ਼ ਹੀ ਰਹੇਗਾ। ਉਹਦੀ ਵਜ੍ਹਾ ਹੈ ਕਿ ਪਾਕਿਸਤਾਨ ਹੈ ਤੇ ਅਸੀਂ ਹਾਂ ਤੇ ਸਭ ਕੁਝ ਜੇ ਪਾਕਿਸਤਾਨ ਹੀ ਨਹੀਂ ਤੇ ਕੀ ਕਰਨਾ। ਔਰ ਮੁਆਸ਼ੀ ਹਾਲਾਤ ਅਗਰ ਬਿਹਤਰ ਹੋਣ ਤੇ ਪਾਕਿਸਤਾਨ ਹੀ ਕਾਰੋਬਾਰ ਕਰੀਏ। ਬਿਲਕੁਲ ਜੀ। ਤੇ ਗਲਤ ਪਾਲਿਸੀਆਂ ਹੀ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਬਾਹਰ ਆ ਕੇ ਕੰਮ ਪੇ ਕਰਨੇ ਆ ਨਾ। 80 ਸਾਲ ਹੋ ਗਏ ਨੇ ਗਲਤ ਪਾਲਿਸੀਆਂ ਦੀ ਵਜ੍ਹਾ ਤੋਂ ਅਸੀਂ ਬਾਹਰ ਆ ਕੇ ਕੰਮ ਪੇ ਕਰਨੇ। ਅਗਰ ਸਹੀ ਪਾਲਿਸੀਆਂ ਬਣਾਉਂਦੇ, ਮੁਲਕ ਤਰੱਕੀ ਕਰਦਾ ਤੇ ਚਲੋ ਬਾਹਰ ਆਉਂਦੇ ਵੀ ਨੇ ਬੰਦੇ, ਇਹ ਨਹੀਂ ਕਿ ਨਹੀਂ ਆਉਂਦੇ, ਲੇਕਿਨ ਇਸ ਤਰ੍ਹਾਂ ਨਹੀਂ ਆਉਂਦੇ ਕਿ ਵੀ ਅੱਜ ਤੁਸੀਂ ਬਾਰਡਰ ਏਅਰਪੋਰਟ ਓਪਨ ਕਰ ਦਿਓ ਤੇ ਯਕੀਨ ਕਰੋ ਪਾਕਿਸਤਾਨ ਦੇ ਵਿੱਚੋਂ ਬੰਦੇ ਜਿਹੜੇ ਨੇ ਖਤਮ ਹੋ ਜਾਣ, ਅਗਲੀਆਂ ਕੰਟਰੀਆਂ ਟੁਰ ਜਾਣ। ਇਹ ਅੰਦੇਸ਼ਾ ਤੇ ਹਰ ਬੰਦਾ ਹੀ ਕਰ ਰਿਹਾ ਕਿ ਆਵਾਮ ਬਹੁਤ ਜ਼ਿਆਦਾ ਲਾਈਨਾਂ 'ਚ ਲੱਗੀ ਹੈ। ਬਿਲਕੁਲ ਜੀ। ਔਰ ਪੀਟੀਆਈ ਦੇ ਹਵਾਲੇ ਨਾਲ ਬਾਤ ਹੈ ਕਿ ਪੀਟੀਆਈ ਪੂਰੀ ਸਟਰੋਂਗ ਹੈ ਯੂਨਾਨ ਦੇ ਅੰਦਰ, ਯਾਨੀ ਇੱਕ ਪਲੇਟਫਾਰਮ ਤੇ ਪੱਕੀ ਗੱਲ ਹੈ। ਕਈ ਗੱਲ ਸਟਰੋਂਗ ਹੈ। ਲਓ ਜੀ, ਇਹ ਇਮਰਾਨ ਖਾਨ ਨੂੰ ਚਾਹਣ ਵਾਲੇ ਨੇ ਪੀਟੀਆਈ ਦੇ ਅੰਦਰ, ਔਰ ਪੀਟੀਆਈ ਦੇ ਸਪੋਰਟਰ ਨੇ। ਔਰ ਯੂਕੇ ਦਾ ਵੀਜ਼ਾ ਔਰ ਕੈਨੇਡਾ ਦਾ ਵੀਜ਼ਾ ਵੀ ਇਹਨਾਂ ਦਾ ਲੱਗ ਚੁੱਕਿਆ ਹੈ। ਸਾਡੇ ਨੂੰ ਬਹੁਤ ਬਹੁਤ ਮੁਬਾਰਕ ਹੋਏ ਜੇ। ਔਰ ਅੱਲਾਹ ਤਾਲਾ ਦੀ ਜ਼ਾਤ ਸਾਰਿਆਂ ਨੂੰ ਆਪਣੀ ਹਿਫਜ਼ੋ ਈਮਾਨ 'ਚ ਰੱਖੇ। ਤੇ ਬਾਕੀ ਜਿੰਨੇ ਵੀ ਵੀਰ ਭਰਾ ਅਗਰ ਕੋਈ ਇਨਫੋਰਮੇਸ਼ਨ ਹੋਰ ਲੈਣਾ ਚਾਹੁੰਦੇ ਹੋ ਤਾਂ ਫੀਸਬਿਲਿਲਾ WhatsApp ਜ਼ਰੂਰ ਪ੍ਰੋਵਾਈਡ ਕਰਨਗੇ। ਨੰਬਰ ਮੇਰਾ ਦੇ ਛੜਿਓ ਜੀ। ਨੰਬਰ ਤੁਸੀਂ ਆਪਣਾ ਦੇ ਦਿਓ। 6957 11 57 57।